ਪਿਆਰੇ ਦੋਸਤੋ, ਮੇਰਾ ਨਾਮ ਹੈ ਸੋਨੀ ਸਿਮਕ ਤੇ ਤੁਸੀਂ ਸੁਣ ਰਹੇ ਹੋ ਮਸੀਹੀ ਜੀਵਨ। ਅੱਜ ਦਾ ਸਵਾਲ, ਸਾਨੂੰ ਨਵਾਂ ਜੀਵਨ ਪ੍ਰਾਪਤ ਕਰਨ ਦੀ ਕਿਉਂ ਲੋੜ ਹੈ? ਜਿਹੜਾ ਇਹ ਸਵਾਲ ਅਸੀਂ ਪੁੱਛਣ ਜਾ ਰਹੇ ਹਾਂ ਤੇ ਜਿਹੜਾ ਅਸੀਂ ਉੱਤਰ ਵੀ ਅਸੀਂ ਬਾਈਬਲ ਵਿੱਚੋਂ ਦੇਖਣਾ ਚਾਹੁੰਦੇ ਹਾਂ, ਇਹ ਸਵਾਲ ਬਹੁਤ ਹੀ ਮਹੱਤਵਪੂਰਨ ਹੈ। ਇਹ ਸਵਾਲ ਇਸ ਕਰਕੇ ਜ਼ਰੂਰੀ ਹੈ ਕਿਉਂਕਿ ਮੁਕਤੀ ਇਨਸਾਨ ਦੇ ਲਈ ਬਹੁਤ ਹੀ ਮਾਇਨੇ ਰੱਖਦੀ ਹੈ। ਅਸੀਂ ਸੁਣਦੇ ਹਾਂ, ਦੇਖਦੇ ਹਾਂ ਕਿ ਇਨਸਾਨ ਦੌੜਦਾ ਹੈ, ਭੱਜਦਾ ਹੈ, ਕਿੰਨੀਆਂ ਜਗ੍ਹਾ 'ਤੇ ਜਾਂਦਾ ਹੈ, ਕਿੰਨੀਆਂ ਚੀਜ਼ਾਂ ਨੂੰ ਮੰਨਦਾ ਹੈ ਤਾਂ ਕਿ ਉਸ ਨੂੰ ਮੁਕਤੀ ਮਿਲ ਜਾਵੇ। ਪਰ ਜਦੋਂ ਅਸੀਂ ਬਾਈਬਲ ਵਿੱਚੋਂ ਇਹ ਗੱਲ ਬਾਰੇ ਅਸੀਂ ਪੜ੍ਹਦੇ ਹਾਂ ਅਤੇ ਅਸੀਂ ਜਾਣਦੇ ਹਾਂ ਕਿ ਪਰਮੇਸ਼ਵਰ ਦੀ ਜਿਹੜੀ ਮੁਕਤੀ ਹੈ ਉਹਨੂੰ ਪਾਉਣਾ ਬਹੁਤ ਹੀ ਮੁਸ਼ਕਿਲ ਹੈ। ਇਨਫੈਕਟ ਇਸ ਮੁਕਤੀ ਨੂੰ ਆਪਣੇ ਕੰਮਾਂ ਦੇ ਨਾਲ ਪਾਉਣਾ ਬਿਲਕੁਲ ਨਾਮੁਮਕਿਨ ਹੈ। ਇਹ ਕਿਉਂ? ਕਿਉਂਕਿ ਇਨਸਾਨ ਜਿਹੜਾ ਹੈ ਉਹ ਆਪਣੇ ਪਾਪਾਂ ਦੇ ਵਿੱਚ ਕੀ ਫਸਿਆ ਹੋਇਆ ਹੈ। ਅਸੀਂ ਅਫਸੀਆਂ ਦੇ ਖੱਤ ਉਹਦਾ 2 ਅਧਿਆਏ ਉਹਦੀ 1 ਆਇਤ ਤੋਂ ਲੈ ਕੇ ਜੇ 3 ਆਇਤ ਤੱਕ ਪੜ੍ਹਦੇ ਹਾਂ ਅਤੇ ਸਾਨੂੰ ਉਹਦੇ ਵਿੱਚ ਪਤਾ ਲੱਗਦਾ ਹੈ ਕਿ ਇਨਸਾਨ ਆਪਣੇ ਪਾਪਾਂ ਦੇ ਕਰਕੇ ਮਰਿਆ ਹੋਇਆ ਹੈ। ਆਤਮਿਕ ਤਰੀਕੇ ਦੇ ਨਾਲ ਉਸ ਦੀਆਂ ਆਤਮਿਕ ਅੱਖਾਂ ਬੰਦ ਹਨ, ਉਸ ਦੇ ਆਤਮਿਕ ਕੰਨ ਬੰਦ ਹਨ। ਇਸ ਕਰਕੇ ਉਹ ਪਰਮੇਸ਼ਵਰ ਦੀਆਂ ਗੱਲਾਂ ਨੂੰ ਨਾ ਤਾਂ ਜਾਣ ਸਕਦਾ ਹੈ ਅਤੇ ਨਾ ਹੀ ਸੁਣ ਸਕਦਾ ਹੈ, ਕਿਉਂਕਿ ਉਸ ਦਾ ਦਿਲ ਆਤਮਿਕ ਤਰੀਕੇ ਦੇ ਨਾਲ ਧੜਕ ਹੀ ਨਹੀਂ ਰਿਹਾ। ਇਹ ਬਹੁਤ ਹੀ ਗਹਿਰਾਈ ਅਤੇ ਇੱਕ ਬਹੁਤ ਹੀ ਪਰੇਸ਼ਾਨ ਕਰਨ ਵਾਲੀ ਗੱਲ ਹੈ। ਬਾਈਬਲ ਸਾਨੂੰ ਦੱਸਦੀ ਹੈ ਅਫਸੀਆਂ ਦੇ ਖੱਤ ਉਹਦਾ 2 ਅਧਿਆਇ 'ਚ ਕਿ ਸਾਡਾ ਆਤਮਿਕ ਜੀਵਨ ਸਾਡੇ ਪਾਪਾਂ ਦੇ ਕਰਕੇ ਮੁਰਦਾ ਸੀ ਅਤੇ ਅਸੀਂ ਪਾਪਾਂ ਦੇ ਹੇਠਾਂ ਦੱਬੇ ਹੋਏ ਸੀ। ਅਤੇ ਜਿਹੜਾ ਇਨਸਾਨ ਜਿਹੜਾ ਮਰਿਆ ਹੋਇਆ ਹੈ ਆਤਮਿਕ ਤਰੀਕੇ ਨਾਲ, ਉਹ ਇਨਸਾਨ ਕਦੀ ਵੀ ਪਰਮੇਸ਼ਵਰ ਦੀ ਗੱਲ ਨਹੀਂ ਸੁਣ ਸਕਦਾ। ਪਰ ਫਿਰ ਆਪਾਂ ਅਫਸੀਆਂ ਦੇ ਖੱਤ ਉਹਦਾ 2 ਅਧਿਆਇ ਅਤੇ ਉਹਦੀ 4 ਆਇਤ ਤੋਂ ਜਦੋਂ ਪੜ੍ਹਨਾ ਸ਼ੁਰੂ ਕਰਦੇ ਹਾਂ, ਫਿਰ ਸਾਨੂੰ ਪਤਾ ਲੱਗਦਾ ਹੈ ਕਿ ਅਸੀਂ ਸਿਰਫ ਬਚਾਏ ਜਾ ਸਕਦੇ ਹਾਂ ਯਿਸੂ ਮਸੀਹ ਦੀ ਕਿਰਪਾ ਦੇ ਕਰਕੇ। ਅਸੀਂ ਆਪਣੇ ਕੰਮਾਂ ਦੇ ਰਾਹੀਂ ਨਹੀਂ ਬਚਾਏ ਜਾਂਦੇ, ਅਸੀਂ ਆਪਣੇ ਵਿਸ਼ਵਾਸ ਦੇ ਕਰਕੇ ਬਚਾਏ ਜਾਂਦੇ ਹਨ ਜੋ ਯਿਸੂ ਮਸੀਹ 'ਤੇ ਅਸੀਂ ਰੱਖਦੇ ਹਾਂ। ਪਰ ਇਹ ਵਿਸ਼ਵਾਸ ਵੀ ਸਾਨੂੰ ਇੱਕ ਤੋਹਫੇ ਦੀ ਤਰ੍ਹਾਂ ਖੁਦਾਵੰਦ ਯਿਸੂ ਮਸੀਹ ਦਿੰਦਾ ਹੈ। ਪਿਤਾ, ਜਿੱਦਾਂ ਮੈਂ ਪਿਛਲੇ ਹਫ਼ਤੇ ਵੀ ਇਹ ਮੈਂ ਗੱਲ ਕਰਦਾ ਸੀਗਾ ਕਿ ਅਫਸੀਆਂ ਦੇ ਖੱਤ ਉਹਦਾ 1 ਅਧਿਆਇ 'ਚ ਲਿਖਿਆ ਹੋਇਆ ਕਿ ਪਿਤਾ ਨੇ ਆਪਣੇ ਪੁੱਤਰ ਨੂੰ ਘੱਲਿਆ ਤਾਂ ਕਿ ਉਹ ਸਾਡੇ ਪਾਪਾਂ ਦਾ ਜੁਰਮਾਨਾ ਅਦਾ ਕਰ ਸਕੇ। ਉਹ ਸਲੀਬ 'ਤੇ ਮਾਰਿਆ ਗਿਆ ਅਤੇ ਉਸਨੇ ਉਹ ਸਾਰਾ ਜੁਰਮਾਨਾ ਅਦਾ ਕਰ ਦਿੱਤਾ। ਹੁਣ ਪਰਮੇਸ਼ਵਰ ਆਪਣਾ ਆਤਮਾ ਘੱਲਦਾ ਹੈ ਸਾਡੀਆਂ ਅੱਖਾਂ ਖੋਲ੍ਹਣ ਲਈ। ਅਤੇ ਜਦੋਂ ਅਸੀਂ ਪਰਮੇਸ਼ਵਰ ਯਿਸੂ ਮਸੀਹ ਦਾ ਵਚਨ ਸੁਣਦੇ ਹਾਂ ਅਤੇ ਅਸੀਂ ਜਦੋਂ ਵਿਸ਼ਵਾਸ ਕਰਦੇ ਹਾਂ, ਉਸ ਸਮੇਂ ਪਰਮੇਸ਼ਵਰ ਦਾ ਆਤਮਾ ਸਾਨੂੰ ਇਹ ਚੀਜ਼ਾਂ ਸਿਖਲਾਉਂਦਾ ਹੈ ਅਤੇ ਦਿਖਾਉਂਦਾ ਹੈ ਅਤੇ ਸਾਨੂੰ ਨਵਾਂ ਜਨਮ ਦਿੰਦਾ ਹੈ। ਸਾਡੀਆਂ ਉਹ ਅੱਖਾਂ ਖੋਲ੍ਹ ਦਿੰਦਾ ਹੈ ਅਤੇ ਸਾਡੇ ਦਿਲਾਂ ਨੂੰ ਉਹ ਧੜਕਣ ਲਗਾ ਦਿੰਦਾ ਹੈ। ਇਹ ਜਿਹੜੀ ਗੱਲ ਅਸੀਂ ਬਾਈਬਲ ਦੇ ਵਿੱਚੋਂ ਕਰਦੇ ਹਾਂ, ਇਹ ਕਈ ਇਨਸਾਨਾਂ ਨੂੰ ਨਹੀਂ ਪਤਾ। ਅਤੇ ਕਿਉਂਕਿ ਕਈ ਇਨਸਾਨਾਂ ਨੂੰ ਇਹ ਗੱਲ ਬਾਰੇ ਨਹੀਂ ਪਤਾ, ਇਸ ਕਰਕੇ ਉਹ ਇਨਸਾਨ ਹਾਲੇ ਵੀ ਗੁਆਚੇ ਹੋਏ ਹਨ। ਪਰ ਖੁਦਾਵੰਦ ਗੁਆਚੇ ਹੋਇਆਂ ਨੂੰ ਹੀ ਬਚਾਉਣ ਲਈ ਆਇਆ ਸੀਗਾ ਅਤੇ ਉਹ ਚਾਹੁੰਦਾ ਹੈ ਕਿ ਅੱਜ ਅਸੀਂ ਉਸ ਦੀ ਗੱਲ ਨੂੰ ਸੁਣੀਏ ਅਤੇ ਉਸ ਦੀ ਗੱਲ 'ਤੇ ਅਮਲ ਕਰੀਏ। ਮੈਂ 3 ਚੀਜ਼ਾਂ ਕਹਿਣਾ ਚਾਹੁੰਦਾ ਹਾਂ ਮੁਕਤੀ ਦੇ ਬਾਰੇ, ਨਵੇਂ ਜੀਵਨ ਦੇ ਬਾਰੇ, ਜਿਹੜਾ ਕਿ ਸਾਨੂੰ ਯਿਸੂ ਮਸੀਹ ਦੇ ਵਿੱਚ ਮਿਲਦਾ ਹੈ, ਜਿਹੜਾ ਕਿ ਅਸੀਂ ਨਾ ਆਪਣੇ ਚੰਗੇ ਕੰਮਾਂ ਦੇ ਕਰਕੇ ਲੈ ਸਕਦੇ ਹਾਂ, ਨਾ ਅਸੀਂ ਪੈਸਾ ਲੈ ਕੇ ਦੇ ਸਕਦੇ ਹਾਂ। ਕੋਈ ਵੀ ਚੀਜ਼ ਤੁਸੀਂ ਕਰ ਲਓ, ਦਾਨ ਪੁੰਨ, ਜਗ੍ਹਾ 'ਤੇ ਚੱਲ ਜਾਓ, ਸਮੁੰਦਰਾਂ 'ਚ ਚੱਲ ਜਾਓ, ਪਹਾੜਾਂ 'ਤੇ ਚੱਲ ਜਾਓ ਮੁਕਤੀ ਲੱਭਣ ਲਈ, ਉੱਦਾਂ ਤੁਹਾਨੂੰ ਮੁਕਤੀ ਨਹੀਂ ਮਿਲ ਸਕਦੀ। ਮੁਕਤੀ ਸਿਰਫ ਯਿਸੂ ਮਸੀਹ ਦੇ ਨਾਂ ਵਿੱਚ ਹੈ ਅਤੇ ਮੁਕਤੀ ਉਦੋਂ ਹੀ ਮਿਲਦੀ ਹੈ ਜਦੋਂ ਲੋਕਾਂ ਦੇ ਪਾਪ ਮਾਫ ਹੋ ਜਾਂਦੇ ਹਨ। ਪਹਿਲੀ ਗੱਲ, ਪਰਮੇਸ਼ਵਰ ਦੀ ਬੁਲਾਹਟ
ਜਿਹੜੀ ਇਹ ਪਰਮੇਸ਼ਰ ਦੀ ਬੁਲਾਹਟ ਦੀ ਮੈਂ ਗੱਲ ਕਰਦਾ ਹਾਂ, ਇਹ ਉਹ ਕਰਦਾ ਹਾਂ ਜਿਹੜੀ ਕਿ ਸਾਨੂੰ ਬਾਹਰੋਂ ਆਉਂਦੀ ਹੈ, ਬਾਹਰਲੀ ਬੁਲਾਹਟ। ਬਾਈਬਲ ਦੱਸਦੀ ਹੈ ਕਿ ਖੁਦਾ ਨੇ, ਯਿਸੂ ਮਸੀਹ ਨੇ ਆਪਣੇ ਚੇਲਿਆਂ ਨੂੰ ਕਿਹਾ ਕਿ ਤੁਸੀਂ ਸਾਰੇ ਜਹਾਨ ਵਿੱਚ ਜਾਓ ਅਤੇ ਸਾਰਿਆਂ ਮੁਲਕਾਂ ਨੂੰ ਮੇਰੇ ਨਾਂ ਦੇ ਬਾਰੇ ਦੱਸੋ ਅਤੇ ਖੁਸ਼ਖਬਰੀ ਦਾ ਪ੍ਰਚਾਰ ਕਰੋ। ਇਹ ਜਿਹੜਾ ਖੁਸ਼ਖਬਰੀ ਦਾ ਪ੍ਰਚਾਰ ਅਸੀਂ ਕਰਦੇ ਹਾਂ, ਬਾਈਬਲ ਦਾ ਪ੍ਰਚਾਰ ਕਰਦੇ ਹਾਂ, ਇਹ ਬਾਹਰਲੀ ਬੁਲਾਵਟ ਹੈ ਪਰਮੇਸ਼ਵਰ ਦੀ। ਪਰਮੇਸ਼ਵਰ ਹਰੇਕ ਇਨਸਾਨ ਕੋਲ ਆਉਂਦਾ ਹੈ। ਕਈ ਸਮਿਆਂ ਦੇ ਵਿੱਚ ਸ਼ਾਇਦ ਉਹ ਤੁਹਾਡੀ ਜ਼ਿੰਦਗੀ ਦੇ ਵਿੱਚ ਵੀ ਆਇਆ ਹੋਵੇਗਾ ਅਤੇ ਉਸਦੇ ਲੋਕਾਂ ਨੇ ਤੁਹਾਨੂੰ ਬਾਈਬਲ ਦੇ ਵਿੱਚੋਂ ਸ਼ਾਇਦ ਵਚਨ ਵੀ ਦੱਸਿਆ ਹੋਵੇਗਾ। ਹੁਣ ਆਪਣੇ ਕਿੰਨੇ ਪਾਸਟਰ ਹਨ, ਕਿੰਨੇ ਇਵੈਂਜਲਿਸਟ ਹਨ, ਕਿੰਨੇ ਮਿਸ਼ਨਰੀ ਆਉਂਦੇ ਹਨ, ਬਾਹਰ ਜਾਂਦੇ ਹਨ, ਇਸ ਮੁਲਕ ਦੇ ਵਿੱਚ ਆਉਂਦੇ ਹਨ ਜਾਂ ਬਾਹਰਲੇ ਮੁਲਕਾਂ ਦੇ ਵਿੱਚ ਜਾ ਕੇ ਪ੍ਰਚਾਰ ਕਰਦੇ ਹਨ। ਕਿਉਂ ਕਰਦੇ ਹਨ? ਉਹਦਾ ਮਤਲਬ ਕੀ ਹੈ ਅਤੇ ਕਿਉਂ ਉਹ ਇੰਨਾ ਕਸ਼ਟ ਸਹਿ ਕੇ ਆਪਣੇ ਆਪ ਨੂੰ ਇਕੱਲਾ ਕਰਕੇ ਬਾਈਬਲ ਪੜ੍ਹਦੇ ਹਨ, ਸਮਝਦੇ ਹਨ ਅਤੇ ਲੋਕਾਂ ਨੂੰ ਬਾਈਬਲ ਦੇ ਵਿੱਚੋਂ ਪ੍ਰਚਾਰ ਦੱਸਦੇ ਹਨ? ਕਿਉਂ ਇਹ ਕਰਦੇ ਹਨ? ਉਹ ਇਸ ਲਈ ਕਰਦੇ ਹਨ ਕਿਉਂਕਿ ਖੁਦਾ ਨੇ ਸਾਨੂੰ ਹੁਕਮ ਦਿੱਤਾ ਹੋਇਆ ਹੈ ਕਿ ਤੁਸੀਂ ਸਾਰੀਆਂ ਕੌਮਾਂ ਦੇ ਵਿੱਚ ਜਾ ਕੇ ਪਰਮੇਸ਼ਵਰ ਦਾ ਪ੍ਰਚਾਰ ਕਰੋ ਤਾਂ ਕਿ ਲੋਕ ਬਚ ਜਾਣ ਆਪਣੇ ਪਾਪਾਂ ਦੀ ਸਜ਼ਾ ਤੋਂ। ਜਿਹੜਾ ਕੋਈ ਸੁਣਦਾ ਹੈ ਉਹ ਬਚਾਇਆ ਜਾਂਦਾ ਹੈ, ਜਿਹੜਾ ਕੋਈ ਨਹੀਂ ਸੁਣਦਾ ਉਹਨੂੰ ਰਿਜੈਕਟ ਕਰ ਦਿੰਦਾ ਹੈ ਉਸ ਵਚਨ ਨੂੰ, ਉਹ ਇਨਸਾਨ ਆਪਣੇ ਪਾਪਾਂ ਦੇ ਵਿੱਚ ਫਸਿਆ ਰਹਿੰਦਾ ਹੈ। ਅਤੇ ਇਸੇ ਲਈ ਅਸੀਂ ਮੱਤੀ ਦੀ ਕਿਤਾਬ ਉਹਦਾ 22ਵਾਂ ਅਧਿਆਇ ਅਤੇ ਉਹਦੀ 14ਵੀਂ ਆਇਤ 'ਚ ਪੜ੍ਹਦੇ ਹਾਂ ਕਿ ਪਰਮੇਸ਼ਰ ਨੇ ਸੱਦਾ ਤਾਂ ਬਹੁਤ ਲੋਕਾਂ ਨੂੰ ਦਿੱਤਾ ਹੋਇਆ ਹੈ, ਪਰ ਸਿਰਫ ਥੋੜ੍ਹੇ ਹੀ ਚੁਣੇ ਜਾਂਦੇ ਹਨ। ਕਿਉਂ ਥੋੜ੍ਹੇ ਹੀ ਚੁਣੇ ਜਾਂਦੇ ਹਨ? ਕਿਉਂਕਿ ਬਹੁਤ ਸਾਰੇ ਲੋਕ ਖੁਦਾਵੰਦ ਯਿਸੂ ਮਸੀਹ ਦਾ ਪ੍ਰਚਾਰ ਸੁਣ ਕੇ ਉਸ ਨੂੰ ਅਣਗਹਿਲਾ ਕਰ ਦਿੰਦੇ ਹਨ, ਉਸ ਨੂੰ ਸੀਰੀਅਸ ਨਹੀਂ ਲੈਂਦੇ, ਉਸ ਉੱਤੇ ਵਿਚਾਰ ਨਹੀਂ ਕਰਦੇ ਅਤੇ ਉਹਨਾਂ ਨੂੰ ਲੱਗਦਾ ਹੈ ਸ਼ਾਇਦ ਇਹ ਇੱਕ ਮੂਰਖਤਾਈ ਵਾਲੀ ਗੱਲ ਹੈ ਕਿ ਯਿਸੂ ਮਸੀਹ 'ਤੇ ਵਿਸ਼ਵਾਸ ਕਰਨਾ, ਜਿਹੜਾ ਇਨਸਾਨ ਸਲੀਬ 'ਤੇ ਮਰ ਗਿਆ, ਉਹ ਸਾਨੂੰ ਕਿੱਦਾਂ ਸਾਡੇ ਪਾਪਾਂ ਤੋਂ ਬਚਾ ਸਕਦਾ ਹੈ, ਜਿਹੜਾ ਕਿ ਆਪਣੇ ਆਪ ਨੂੰ ਨਹੀਂ ਬਚਾ ਸਕਿਆ। ਅਤੇ ਪੌਲੁਸ ਜਿਹੜਾ ਰਸੂਲ ਹੈ ਉਹ ਪਹਿਲਾ ਕੁਰਿੰਥੀਆਂ ਉਹਦੇ ਪਹਿਲੇ ਅਧਿਆਇ ਵਿੱਚ ਇਹੀ ਗੱਲ ਕਰਦਾ ਹੈ ਕਿ ਸਲੀਬ ਦਾ ਪ੍ਰਚਾਰ ਕਈ ਲੋਕਾਂ ਦੇ ਲਈ ਮੂਰਖਤਾਈ ਹੈ, ਪਰ ਉਹਨਾਂ ਲੋਕਾਂ ਲਈ ਜਿਹੜੇ ਕਿ ਬਚਾਏ ਜਾਂਦੇ ਹਨ ਉਹਨਾਂ ਲਈ ਇਹ ਜੀਵਨ ਦਾ ਇੱਕ ਚਿੰਨ੍ਹ ਹੈ। ਉਹਨਾਂ ਲੋਕਾਂ ਲਈ ਇਹ ਜੀਵਨ ਲਿਆਉਂਦਾ ਹੈ ਪ੍ਰਚਾਰ ਯਿਸੂ ਮਸੀਹ ਦਾ ਅਤੇ ਉਸ ਦੀ ਸਲੀਬ ਦਾ। ਅਤੇ ਇਹ ਜਿਹੜੀ ਬਾਹਰਲੀ ਬੁਲਾਹਟ ਹੈ ਪਰਮੇਸ਼ਵਰ ਦੀ, ਉਹ ਸਾਰਿਆਂ ਲੋਕਾਂ ਨੂੰ ਹੀ ਦਿੱਤੀ ਜਾਂਦੀ ਹੈ। ਪਰਮੇਸ਼ਵਰ ਚਾਹੁੰਦਾ ਹੈ ਕਿ ਕੋਈ ਵੀ ਇਨਸਾਨ ਪਾਪਾਂ ਦੇ ਵਿੱਚ ਨਾ ਮਰੇ ਅਤੇ ਉਹ ਚਾਹੁੰਦਾ ਹੈ ਕਿ ਸਾਰੇ ਲੋਕ ਜੋ ਸੁਣਦੇ ਹਨ ਉਹ ਬਚ ਜਾਣ। ਪਰ ਕਾਫੀ ਲੋਕ ਇਸ ਬੁਲਾਹਟ ਨੂੰ ਇਨਕਾਰ ਕਰ ਦੇਣਗੇ। ਦੂਜੀ ਗੱਲ, ਅੰਦਰੂਨੀ ਬੁਲਾਹਟ। ਹੁਣ ਕਈ ਲੋਕ ਪ੍ਰਚਾਰ ਸੁਣਦੇ ਹਨ ਅਤੇ ਉਹਨਾਂ ਦਾ ਦਿਲ ਚੇਂਜ ਹੋ ਜਾਂਦਾ ਹੈ, ਮਨ ਬਦਲ ਜਾਂਦਾ ਹੈ ਅਤੇ ਉਹ ਪਰਮੇਸ਼ਵਰ ਦੀਆਂ ਗੱਲਾਂ 'ਤੇ ਧਿਆਨ ਲਗਾਉਣ ਲੱਗ ਪੈਂਦੇ ਹਨ। ਉਹ ਇੱਦਾਂ ਕਿਉਂ ਹੁੰਦਾ ਹੈ? ਆਪਾਂ ਹੁਣ ਇਸ ਗੱਲ ਬਾਰੇ ਦੇਖਦੇ ਹਾਂ, ਪਰ ਉਹ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਗੱਲ ਦੱਸਣਾ ਚਾਹੁੰਦਾ ਹਾਂ ਜਿਹੜੀ ਕਿ ਅਸੀਂ ਯਹੂਨਾ ਦੀ ਇੰਜੀਲ ਉਹਦਾ 3 ਅਧਿਆਇ ਅਤੇ 3 ਆਇਤ ਵਿੱਚ ਪੜ੍ਹਦੇ ਹਾਂ ਕਿ ਯਿਸੂ ਮਸੀਹ ਨਿਕੋਦੀਮਸ ਜਿਹੜਾ ਸੀਗਾ ਇਨਸਾਨ, ਉਹ ਇਜ਼ਰਾਇਲ ਦਾ ਯਾਜਕ ਸੀ, ਬਹੁਤ ਵੱਡਾ ਧਰਮੀ ਯਾਜਕ ਸੀਗਾ। ਅਤੇ ਯਿਸੂ ਮਸੀਹ ਦੇ ਕੋਲ ਉਹ ਰਾਤ ਵਿੱਚ ਆਇਆ ਅਤੇ ਯਿਸੂ ਮਸੀਹ ਤੋਂ ਉਹ ਪੁੱਛਦਾ ਹੈ ਕਿ ਮੈਂ ਸਵਰਗ ਦੇ ਰਾਜ ਦਾ ਅਧਿਕਾਰੀ ਕਿੱਦਾਂ ਬਣ ਸਕਦਾ ਹਾਂ? ਅਤੇ ਯਿਸੂ ਮਸੀਹ ਉਸ ਨੂੰ ਕਹਿੰਦਾ ਹੈ, ਮੈਂ ਤੁਹਾਨੂੰ ਸੱਚ ਦੱਸਦਾ ਹਾਂ, ਇੱਕ ਆਦਮੀ ਉਦੋਂ ਤੱਕ ਪਰਮੇਸ਼ਵਰ ਦਾ ਰਾਜ ਨੂੰ ਨਹੀਂ ਵੇਖ ਸਕਦਾ ਜਿੰਨਾ ਚਿਰ ਉਹ ਨਵੇਂ ਸਿਰਿਓਂ ਨਾ ਜੰਮਿਆ ਹੋਵੇ। ਅਤੇ ਇਹ ਜਿਹੜੀ ਸਟੇਟਮੈਂਟ ਯਿਸੂ ਮਸੀਹ ਬਿਆਨ ਕਰਦਾ ਹੈ ਨਿਕੋਦੀਮਸ ਨੂੰ, ਨਿਕੋਦੀਮਸ ਸੁਣ ਕੇ ਕਾਫੀ ਪਰੇਸ਼ਾਨ ਹੋ ਜਾਂਦਾ ਹੈ ਕਿ ਮੈਂ ਦੁਬਾਰਾ ਨਵਾਂ ਜਨਮ ਕਿੱਦਾਂ ਲੈ ਲਵਾਂ? ਅਤੇ ਇਸ ਗੱਲ ਉੱਤੇ ਯਿਸੂ ਮਸੀਹ ਕਹਿੰਦਾ ਹੈ ਕਿ ਨਵਾਂ ਜੀਵਨ ਸਿਰਫ ਪਵਿੱਤਰ ਆਤਮਾ ਦੇ ਨਾਲ ਹੀ ਮਿਲਦਾ ਹੈ। ਹੁਣ ਅਸੀਂ ਯਰਮਾਇਆ ਦੀ ਕਿਤਾਬ
ਪੁਰਾਣੇ ਨਿਯਮ ਵਿੱਚ ਦੇਖਦੇ ਹਾਂ ਉਹਦਾ 17ਵਾਂ ਅਧਿਆਇ ਅਤੇ ਉਹਦੀ 9ਵੀਂ ਆਇਤ ਕਿ ਬੰਦੇ ਦਾ ਮਨ ਬਹੁਤ ਹੀ ਚਲਾਕ ਹੈ ਅਤੇ ਉਹ ਬੰਦੇ ਦਾ ਜਿਹੜਾ ਮਨ ਹੈ ਉਹ ਬਹੁਤ ਹੀ ਡੂੰਘਾਈ ਵਾਲਾ ਹੈ ਅਤੇ ਖੁਦ ਆਪ ਇਨਸਾਨ ਵੀ ਆਪਣੇ ਦਿਲ ਦੀਆਂ ਗੱਲਾਂ ਨੂੰ ਸਮਝ ਨਹੀਂ ਸਕਦਾ ਕਿਉਂਕਿ ਮਨ ਡਿਸੀਵ ਕਰਦਾ ਹੈ, ਧੋਖੇਬਾਜ਼ ਹੈ, ਚਲਾਕ ਹੈ। ਜਿਹੜਾ ਦਿਲ ਚਲਾਕ ਹੈ ਉਹ ਕਿਉਂ ਹੈ? ਕਿਉਂਕਿ ਇਨਸਾਨ ਦੀਆਂ ਅੱਖਾਂ ਉੱਤੇ ਪਰਦਾ ਪਿਆ ਹੋਇਆ ਹੈ, ਉਹ ਮਰਿਆ ਹੋਇਆ ਹੈ ਆਤਮਿਕ ਤਰੀਕੇ ਦੇ ਨਾਲ। ਫਿਰ ਅਸੀਂ ਨਵਾਂ ਜਨਮ ਕਿੱਦਾਂ ਪਾ ਸਕਦੇ ਹਾਂ? ਆਤਮਾ ਦੇ ਜ਼ਰੀਏ। ਪਰਮੇਸ਼ਵਰ ਦਾ ਆਤਮਾ ਸਾਡੀ ਜ਼ਿੰਦਗੀਆਂ ਦੇ ਵਿੱਚ ਆਉਂਦਾ ਹੈ। ਜਦੋਂ ਅਸੀਂ ਪ੍ਰਚਾਰ ਨੂੰ ਸੁਣਦੇ ਹਾਂ, ਬਾਹਰਲੀ ਬੁਲਾਹਟ ਨੂੰ ਸੁਣਦੇ ਹਾਂ, ਸਾਡੇ ਅੰਦਰੋਂ ਪਰਮੇਸ਼ਵਰ ਦਾ ਆਤਮਾ ਕੰਮ ਕਰਨਾ ਸ਼ੁਰੂ ਕਰ ਦਿੰਦਾ ਹੈ ਅਤੇ ਸਾਨੂੰ ਉਹ ਕਾਇਲ ਕਰਦਾ ਹੈ ਪਰਮੇਸ਼ਵਰ ਦੇ ਵਚਨ ਦੇ ਜ਼ਰੀਏ, ਅਤੇ ਸਾਨੂੰ ਉਹ ਸਮਝਾਉਂਦਾ ਹੈ ਕਿ ਯਿਸੂ ਮਸੀਹ ਹੀ ਖੁਦਾ ਹੈ, ਯਿਸੂ ਮਸੀਹ ਹੀ ਪ੍ਰਭੂ ਹੈ। ਅਤੇ ਜਦੋਂ ਅਸੀਂ ਇਹ ਗੱਲ ਨੂੰ ਸੁਣਦੇ ਹਾਂ ਅਤੇ ਪਰਮੇਸ਼ਵਰ ਦਾ ਆਤਮਾ ਸਾਡੇ ਦਿਲਾਂ ਵਿੱਚ ਕੰਮ ਕਰਦਾ ਹੈ ਅਤੇ ਸਾਨੂੰ ਇੱਕ ਨਵੇਂ ਜੀਵਨ ਦਾ ਅਹਿਸਾਸ ਹੋਣ ਲੱਗ ਜਾਂਦਾ ਹੈ। ਸਾਡੀਆਂ ਅੱਖਾਂ 'ਤੇ ਪਿਆ ਹੋਇਆ ਪਰਦਾ ਖੁੱਲ੍ਹ ਜਾਂਦਾ ਹੈ। ਸਾਡੇ ਕੰਨ ਜਿਹੜੇ ਬੋਲੇ ਸੀ ਉਹ ਅਸੀਂ ਉਹਨਾਂ ਕੰਨਾਂ ਦੇ ਰਾਹੀਂ ਹੁਣ ਪਰਮੇਸ਼ਵਰ ਦੀ ਗੱਲ ਨੂੰ ਸੁਣਨਾ ਸ਼ੁਰੂ ਕਰ ਦਿੰਦੇ ਹਾਂ। ਹੁਣ ਅਸੀਂ ਇਹੀ ਗੱਲ ਪੜ੍ਹਦੇ ਹਾਂ ਹਿਜ਼ਕੀਏਲ ਨਬੀ ਦੀ ਕਿਤਾਬ, ਉਹਦਾ 36ਵਾਂ ਅਧਿਆਇ ਦੇ ਵਿੱਚ ਅਤੇ ਉਹਦੀ 25 ਆਇਤ ਤੋਂ ਲੈ ਕੇ ਉਹਦੀ 27ਵੀਂ ਆਇਤ ਤੱਕ ਪਰਮੇਸ਼ਵਰ ਕਹਿੰਦਾ ਹੈ, ਫਿਰ ਮੈਂ ਤੁਹਾਡੇ ਉੱਤੇ ਸ਼ੁੱਧ ਪਾਣੀ ਛਿੜਕਾਂਗਾ ਅਤੇ ਤੁਹਾਨੂੰ ਸ਼ੁੱਧ ਕਰਾਂਗਾ। ਮੈਂ ਤੁਹਾਡੀ ਸਾਰੀ ਮੈਲ ਧੋ ਦਿਆਂਗਾ। ਮੈਂ ਉਹਨਾਂ ਬੁਰਾਈਆਂ ਦੀ ਸਾਰੀ ਮੈਲ ਧੋ ਦੇਵਾਂਗਾ ਅਤੇ ਤੁਹਾਨੂੰ ਪਵਿੱਤਰ ਬਣਾ ਦਿਆਂਗਾ। ਪਰਮੇਸ਼ਵਰ ਨੇ ਆਖਿਆ, ਮੈਂ ਤੁਹਾਡੇ ਅੰਦਰ ਨਵਾਂ ਆਤਮਾ ਪਾਵਾਂਗਾ ਅਤੇ ਤੁਹਾਡੇ ਸੋਚਣ ਦੇ ਢੰਗ ਨੂੰ ਬਦਲ ਦਿਆਂਗਾ। ਮੈਂ ਤੁਹਾਡੇ ਸਰੀਰ ਵਿੱਚੋਂ ਪੱਥਰ ਦਾ ਦਿਲ ਕੱਢ ਲਵਾਂਗਾ ਅਤੇ ਤੁਹਾਨੂੰ ਇੱਕ ਕੋਮਲ ਮਨੁੱਖੀ ਦਿਲ ਦੇ ਦੇਵਾਂਗਾ ਅਤੇ ਮੈਂ ਆਪਣਾ ਆਤਮਾ ਤੁਹਾਡੇ ਅੰਦਰ ਰੱਖ ਦਿਆਂਗਾ। ਮੈਂ ਤੁਹਾਨੂੰ ਇਸ ਤਰ੍ਹਾਂ ਬਦਲ ਦਿਆਂਗਾ ਕਿ ਤੁਸੀਂ ਮੇਰੇ ਕਾਨੂੰਨਾਂ ਨੂੰ ਮੰਨੋਗੇ, ਤੁਸੀਂ ਮੇਰੇ ਆਦੇਸ਼ਾਂ ਨੂੰ ਧਿਆਨ ਨਾਲ ਪ੍ਰਵਾਨ ਕਰੋਗੇ। ਹੁਣ ਪਰਮੇਸ਼ਵਰ ਇਹ ਗੱਲ ਕਰਦਾ ਹੈ ਅਤੇ ਅਸੀਂ ਇਹ ਗੱਲ ਨੂੰ ਅਸੀਂ ਜਦੋਂ ਦੇਖਦੇ ਹਾਂ ਨਵੇਂ ਨੇਮ ਦੇ ਵਿੱਚ ਵੀ, ਉਹਦਾ ਨਵੇਂ ਨੇਮ ਵਿੱਚ ਦੇਖਦੇ ਹਾਂ ਆਪਾਂ ਤੀਤੁਸ ਦਾ ਖਤ ਅਤੇ ਉਹਦਾ 3 ਅਧਿਆਇ ਅਤੇ 5ਵੀਂ ਆਇਤ ਵਿੱਚ ਸੇਮ ਗੱਲ ਹੀ ਕਹਿੰਦਾ ਹੈ ਪੌਲੁਸ ਵੀ। ਉਸ ਨੇ ਆਪਣੀ ਮਿਹਰ ਕਾਰਨ ਸਾਡਾ ਛੁਟਕਾਰਾ ਕੀਤਾ, ਉਹਨਾਂ ਚੰਗੀਆਂ ਗੱਲਾਂ ਕਰਕੇ ਨਹੀਂ ਜਿਹੜੀਆਂ ਅਸੀਂ ਪਰਮੇਸ਼ਰ ਨਾਲ ਧਰਮੀ ਹੋਣ ਲਈ ਕਰਦੇ ਸਾਂ। ਉਹ ਕਿਹੜੀਆਂ ਗੱਲਾਂ ਕਰਦੇ ਸਾਂ? ਵੀ ਪੈਸੇ ਦੇ ਦਿਓ ਜਾਂ ਚੰਗੇ ਕੰਮ ਕਰ ਲਓ, ਸ਼ਾਇਦ ਪਰਮੇਸ਼ਵਰ ਇਹਨਾਂ ਚੀਜ਼ਾਂ ਦੇ ਨਾਲ ਸਾਡੇ ਨਾਲ ਖੁਸ਼ ਹੋ ਜਾਵੇਗਾ। ਪਰਮੇਸ਼ਵਰ ਸਾਡੇ ਦਾਨ ਪੁੰਨ ਦੇ ਨਾਲ ਨਹੀਂ ਖੁਸ਼ ਹੁੰਦਾ, ਪਰ ਉਹ ਉਦੋਂ ਖੁਸ਼ ਹੁੰਦਾ ਹੈ ਜਦੋਂ ਅਸੀਂ ਖੁਦਾਵੰਦ ਦੀ ਗੱਲ ਨੂੰ ਸੁਣਦੇ ਹਾਂ ਅਤੇ ਉਸ ਉੱਤੇ ਅਮਲ ਕਰਦੇ ਹਾਂ। ਅਤੇ ਇਸ ਕਰਕੇ ਉਹ ਫਿਰ ਕਹਿੰਦਾ ਹੈ, ਉਸ ਨੇ ਸਾਨੂੰ ਇੱਕ ਇਸ਼ਨਾਨ ਕਰਵਾ ਦਿੱਤਾ ਜਿਸ ਨੇ ਸਾਨੂੰ ਪਵਿੱਤਰ ਆਤਮਾ ਰਾਹੀਂ ਨਵਾਂ ਇਨਸਾਨ ਬਣਾਇਆ। ਹੁਣ ਜਿਹੜੀ ਗੱਲ ਆਪਾਂ ਹਿਜ਼ਕੀਏਲ 'ਚ ਦੇਖਦੇ ਹਾਂ ਉਹੀ ਗੱਲ ਆਪਾਂ ਤੀਤੁਸ ਦੇ ਖੱਤ ਵਿੱਚ ਵੀ ਦੇਖਦੇ ਹਾਂ ਕਿ ਪਰਮੇਸ਼ਰ ਨੇ ਸਾਡੇ ਦਿਲਾਂ ਦੇ ਵਿੱਚ ਆਪਣਾ ਆਤਮਾ ਪਾਇਆ ਅਤੇ ਸਾਨੂੰ ਸ਼ੁੱਧ ਕਰ ਦਿੱਤਾ, ਨਲਾ ਦਿੱਤਾ ਆਪਣੇ ਵਚਨ ਦੇ ਜ਼ਰੀਏ, ਅਤੇ ਸਾਨੂੰ ਸਾਫ਼ ਕਰ ਦਿੱਤਾ। ਸਾਨੂੰ ਦਿਲ ਦੇ ਦਿੱਤਾ ਜਿਹੜਾ ਕਿ ਹੁਣ ਧੜਕਦਾ ਹੈ, ਅਤੇ ਸਾਨੂੰ ਕੰਨ ਦੇ ਦਿੱਤੇ ਜਿਹੜੇ ਕਿ ਹੁਣ ਪਰਮੇਸ਼ਰ ਦੀ ਆਵਾਜ਼ ਨੂੰ ਸੁਣਦੇ ਹਾਂ। ਅਤੇ ਇਸੇ ਕਰਕੇ ਇਫਸੀਆਂ ਦੇ ਖੱਤ ਉਹਦਾ 2 ਅਧਿਆਇ ਉਹਦੀ 4 ਆਇਤ ਤੋਂ ਲੈ ਕੇ ਉਹਦੀ 10ਵੀਂ ਆਇਤ ਤੱਕ ਅਸੀਂ ਇਹੀ ਪੜ੍ਹਦੇ ਹਾਂ ਕਿ ਪਰਮੇਸ਼ਵਰ ਨੇ ਆਪਣੇ ਮਹਾਨ ਪਿਆਰ ਕਰਕੇ ਸਾਡੇ ਉੱਤੇ ਕੀ ਕਿਰਪਾ ਕੀਤੀ ਅਤੇ ਸਾਨੂੰ ਮਸੀਹ ਯਿਸੂ ਦੇ ਵਿੱਚ ਕੀ ਜ਼ਿੰਦਾ ਕਰ ਦਿੱਤਾ। ਅਤੇ ਉਹ ਫਿਰ 8ਵੀਂ ਆਇਤ ਵਿੱਚ ਕਹਿੰਦਾ ਹੈ ਕਿ ਤੁਸੀਂ ਕਿਰਪਾ ਦੇ ਰਾਹੀਂ ਬਚਾਏ ਜਾਂਦੇ ਹਨ, ਨਾ ਕਿ ਤੁਸੀਂ ਆਪਣੇ ਕੰਮਾਂ ਦੇ ਕਰਕੇ। ਤੁਸੀਂ ਪਰਮੇਸ਼ਵਰ ਦੀ ਕਿਰਪਾ, ਗ੍ਰੇਸ, ਉਹਦੇ ਕਰਕੇ ਬਚਾਏ ਜਾਂਦੇ ਹਾਂ। ਕਿਰਪਾ ਪਰਮੇਸ਼ਵਰ ਦੀ, ਦ ਗ੍ਰੇਸ ਆਫ ਗੋਡ, ਇਹ ਗਿਫਟ ਆ, ਇਹ ਤੋਹਫਾ ਆ। ਤੋਹਫਾ ਉਹਨਾਂ ਲਈ ਜਿਹੜੇ ਕਿ ਮਸੀਹ ਦੇ ਰਾਹੀਂ ਬਚਾਏ ਜਾਂਦੇ ਹਨ, ਜਿਨ੍ਹਾਂ ਨੇ ਅੰਦਰੂਨੀ ਹੁਣ ਆਵਾਜ਼ ਸੁਣ ਲਈ ਪਰਮੇਸ਼ਰ ਦੀ। ਬਾਹਰਲੀ ਆਵਾਜ਼ ਤਾਂ ਅਸੀਂ ਸੁਣਦੇ ਸੀਗੇ ਕਾਫੀ ਪਹਿਲਾਂ,
ਹੁਣ ਮੈਂ ਆਪਣੀ ਜੇ ਗੱਲ ਕਰਦਾ ਹਾਂ, ਮੈਂ ਕਿੰਨਾ ਚਿਰ ਚਰਚ ਦੇ ਵਿੱਚ ਬਿਤਾਇਆ ਸੀਗਾ, ਪਰ ਮੈਂ ਪਰਮੇਸ਼ਵਰ ਯਿਸੂ ਮਸੀਹ ਨੂੰ ਨਹੀਂ ਜਾਣਦਾ ਸੀਗਾ। ਪਰ ਹੁਣ ਮੈਂ ਉਸ ਨੂੰ ਜਾਣਦਾ ਹਾਂ। ਉਹ ਕਿੱਦਾਂ ਹੋਇਆ? ਕਿਉਂਕਿ ਪਰਮੇਸ਼ਵਰ ਨੇ ਜਦੋਂ ਆਪਣਾ ਆਤਮਾ ਮੇਰੇ ਦਿਲ ਵਿੱਚ ਘਾਲ ਦਿੱਤਾ ਅਤੇ ਮੈਨੂੰ ਕਾਇਲ ਕਰ ਦਿੱਤਾ, ਅਤੇ ਮੈਨੂੰ ਤੌਬਾ ਦਾ ਤੋਹਫਾ ਦੇ ਦਿੱਤਾ, ਮੈਨੂੰ ਤੌਬਾ ਕਰਨੀ ਸਿਖਾ ਦਿੱਤੀ, ਮੈਨੂੰ ਯਿਸੂ ਮਸੀਹ 'ਤੇ ਵਿਸ਼ਵਾਸ ਕਰਨਾ ਸਿਖਾ ਦਿੱਤਾ। ਉਸ ਟਾਈਮ ਮੈਂ ਬਚਾਇਆ ਗਿਆ ਅਤੇ ਨਵਾਂ ਜੀਵਨ ਉਸ ਟਾਈਮ ਮੈਨੂੰ ਮਿਲਿਆ। ਅਤੇ ਆਪਾਂ ਇਸ ਨਵੇਂ ਜੀਵਨ ਦੀ ਗੱਲ ਕਰਦੇ ਹਾਂ। ਜਦੋਂ ਇਹ ਨਵਾਂ ਜੀਵਨ ਤੁਹਾਡੀ ਜ਼ਿੰਦਗੀ ਦੇ ਵਿੱਚ ਆਉਂਦਾ ਹੈ, ਤੁਹਾਡੇ ਕੰਮ ਬਦਲ ਜਾਂਦੇ ਹਨ, ਤੁਹਾਡੇ ਕੰਮ ਬਦਲ ਜਾਂਦੇ ਹਨ, ਤੁਹਾਡਾ ਵਿਸ਼ਵਾਸ ਬਦਲ ਜਾਂਦਾ ਹੈ, ਤੁਹਾਡਾ ਵਿਸ਼ਵਾਸ ਦੁਨਿਆਵੀਆਂ ਚੀਜ਼ਾਂ ਤੋਂ ਚੁੱਕਿਆ ਜਾਂਦਾ ਹੈ ਅਤੇ ਤੁਸੀਂ ਅਸਲੀ ਖੁਦਾ ਪਰਮੇਸ਼ਵਰ 'ਤੇ ਵਿਸ਼ਵਾਸ ਕਰਨਾ ਸ਼ੁਰੂ ਕਰ ਦਿੰਦੇ ਹੋ। ਅਤੇ ਇਸੇ ਕਰਕੇ ਅਫਸੀਆਂ ਦੇ ਖਾਤੇ ਦਾ ਪਹਿਲਾ ਅਧਿਆਏ ਅਤੇ ਉਹਦੀ 13ਵੀਂ ਆਇਤ ਵਿੱਚ ਪੌਲੁਸ ਫੇਰ ਕਹਿੰਦਾ ਹੈ ਤੁਹਾਡੇ ਨਾਲ ਵੀ ਅਜਿਹਾ ਹੀ ਹੈ। ਤੁਸੀਂ ਸੱਚੀ ਸਿੱਖਿਆ ਸੁਣੀ, ਉਹ ਤੁਹਾਡੀ ਮੁਕਤੀ ਦੀ ਖੁਸ਼ਖਬਰੀ ਹੈ। ਜਦੋਂ ਤੁਸੀਂ ਉਹ ਖੁਸ਼ਖਬਰੀ ਸੁਣੀ, ਤੁਸੀਂ ਮਸੀਹ ਵਿੱਚ ਵਿਸ਼ਵਾਸ ਕੀਤਾ ਅਤੇ ਮਸੀਹ ਦੇ ਰਾਹੀਂ ਪਰਮੇਸ਼ਵਰ ਨੇ ਤੁਹਾਨੂੰ ਉਹ ਪਵਿੱਤਰ ਆਤਮਾ ਦੇ ਕੇ, ਜਿਸ ਦਾ ਉਸ ਨੇ ਵਾਅਦਾ ਕੀਤਾ ਸੀ, ਆਪਣੇ ਵਿਸ਼ੇਸ਼ ਨਿਸ਼ਾਨ ਤੁਹਾਡੇ ਉੱਪਰ ਲਗਾਇਆ। ਅਤੇ ਸਾਨੂੰ ਪਤਾ ਲੱਗਦਾ ਹੈ ਕਿ ਤ੍ਰਿਏਕਤਵ ਜਿਹੜਾ ਖੁਦਾ ਹੈ, ਉਸ ਨੇ ਸਾਡੀ ਮੁਕਤੀ ਦਾ ਰਾਹ ਚੁਣਿਆ। ਪਰਮੇਸ਼ਰ ਨੇ ਆਪਣੇ ਪੁੱਤਰ ਨੂੰ ਘੱਲਿਆ ਅਤੇ ਹੁਣ ਪਰਮੇਸ਼ਰ ਦਾ ਆਤਮਾ ਸਾਡੀ ਜ਼ਿੰਦਗੀ ਦੇ ਵਿੱਚ ਕੀ ਕੰਮ ਕਰਦਾ ਹੈ। ਅਤੇ ਪੌਲੁਸ ਕੁਰਿੰਥੀਆਂ ਦੇ ਜਿਹੜੇ ਚਰਚ ਨੂੰ ਵੀ ਇਹੀ ਗੱਲ ਦੱਸਦਾ ਹੈ, ਪਹਿਲਾ ਕੁਰਿੰਥੀਆਂ ਉਹਦਾ 6ਵੇਂ ਅਧਿਆਇ ਵਿੱਚ, ਕਿ ਤੁਸੀਂ ਵੀ ਪਾਪਾਂ ਦੇ ਵਿੱਚ ਫਸੇ ਹੋਏ ਸੀ, ਪਰ ਹੁਣ ਤੁਹਾਡੇ 'ਤੇ ਕੀ ਕਿਰਪਾ ਹੋ ਗਈ ਹੈ। ਅਤੇ ਯਿਸੂ ਮਸੀਹ ਕਹਿੰਦਾ ਹੈ ਯਹੂਨਾ ਦੀ ਇੰਜੀਲ ਉਹਦਾ 20ਵਾਂ ਅਧਿਆਇ ਅਤੇ ਉਹਦੀ 29ਵੀਂ ਆਇਤ ਵਿੱਚ, ਕਿ ਧੰਨ ਹੋ ਤੁਸੀਂ ਜਿਨ੍ਹਾਂ ਨੇ ਮੈਨੂੰ ਵੇਖਿਆ ਨਹੀਂ ਪਰ ਵਿਸ਼ਵਾਸ ਕਰਦੇ ਹੋ। ਅਸੀਂ ਕਿਸ ਤਰ੍ਹਾਂ ਯਿਸੂ ਮਸੀਹ 'ਤੇ ਵਿਸ਼ਵਾਸ ਕਰਦੇ ਹਾਂ? ਪਵਿੱਤਰ ਆਤਮਾ ਦੇ ਜ਼ਰੀਏ, ਕਿਉਂਕਿ ਪਵਿੱਤਰ ਆਤਮਾ ਨੇ ਸਾਨੂੰ ਨਵਾਂ ਜੀਵਨ ਦੇ ਦਿੱਤਾ। ਤੀਜੀ ਅਤੇ ਅਖੀਰਲੀ ਗੱਲ, ਹੁਣ ਮੈਂ ਤੁਹਾਨੂੰ ਇੱਕ ਸਵਾਲ ਪੁੱਛਣਾ ਚਾਹੁੰਦਾ ਹਾਂ। ਜੇ ਤੁਸੀਂ ਮਸੀਹੀ ਹੋ, ਜੇ ਤੁਸੀਂ ਕਹਿੰਦੇ ਹੋ ਕਿ ਤੁਸੀਂ ਮਸੀਹ 'ਤੇ ਯਕੀਨ ਕਰਦੇ ਹੋ, ਤੁਸੀਂ ਕਦੋਂ ਯਿਸੂ ਮਸੀਹ 'ਤੇ ਵਿਸ਼ਵਾਸ ਕੀਤਾ? ਤੁਹਾਡੀ ਨੇਚਰ ਯਿਸੂ ਮਸੀਹ 'ਤੇ ਕਿਸ ਟਾਈਮ ਆਈ ਸੀ? ਕੀ ਜਨਮ ਤੋਂ ਹੈ? ਕਈ ਇਨਸਾਨ ਕਹਿੰਦੇ ਹਾਂ ਮੈਂ ਜਨਮ ਤੋਂ ਹੀ ਮਸੀਹ ਨੂੰ ਮੰਨਦਾ ਹਾਂ, ਪਰ ਬਾਈਬਲ ਦੇ ਅਨੁਸਾਰ ਇਹ ਗੱਲ ਗਲਤ ਹੈ, ਕਿਉਂਕਿ ਹਰੇਕ ਇਨਸਾਨ ਪਾਪ ਦੇ ਵਿੱਚ ਜਨਮਿਆ ਅਤੇ ਪਾਪ ਦੇ ਕਰਕੇ ਉਸਦੀਆਂ ਅੱਖਾਂ ਅਤੇ ਉਸਦੇ ਕੰਨ ਬੰਦ ਸੀ, ਉਸਦਾ ਦਿਲ ਧੜਕ ਨਹੀਂ ਰਿਹਾ ਸੀਗਾ ਅਤੇ ਉਹ ਮੁਰਦਾ ਸੀ ਆਤਮਿਕ ਤਰੀਕੇ ਦੇ ਨਾਲ। ਪਰ ਜਦੋਂ ਅਸੀਂ ਪਰਮੇਸ਼ਰ ਦੀ ਗੱਲ ਨੂੰ ਸੁਣਦੇ ਹਾਂ, ਬਚਨ ਨੂੰ ਸੁਣਦੇ ਹਾਂ ਅਤੇ ਪਵਿੱਤਰ ਆਤਮਾ ਸਾਡੇ ਦਿਲਾਂ ਨੂੰ ਕਾਇਲ ਕਰਦਾ ਹੈ, ਅਸੀਂ ਤੌਬਾ ਕਰਦੇ ਹਾਂ, ਪਰਮੇਸ਼ਰ ਦੇ 'ਤੇ ਵਿਸ਼ਵਾਸ ਲਿਆਉਂਦੇ ਹਾਂ, ਉਸ ਟਾਈਮ ਅਸੀਂ ਜਾਣ ਲੈਂਦੇ ਹਾਂ ਕਿ ਸਾਡੇ ਅੰਦਰ ਖੁਦਾਵੰਦ ਦੀ ਮੁਕਤੀ ਆ ਗਈ ਹੈ। ਅਤੇ ਜੇ ਕੋਈ ਇਨਸਾਨ ਕਹਿੰਦਾ ਹੈ ਮੈਂ ਹਮੇਸ਼ਾ ਤੋਂ ਹੀ ਮਸੀਹੀ ਹਾਂ, ਉਹ ਇਨਸਾਨ ਗਲਤ ਹੈ। ਉਹ ਇਨਸਾਨ ਨੂੰ ਪਰਖਣ ਦੀ ਲੋੜ ਹੈ ਆਪਣੇ ਦਿਲ ਨੂੰ, ਕਿ ਵਾਕਈ ਹੀ ਉਹ ਬਚਾਇਆ ਹੋਇਆ ਹੈ। ਜਿਹੜਾ ਇਨਸਾਨ ਦੇਖਦਾ ਹੈ ਆਪਣੀ ਜ਼ਿੰਦਗੀ ਦੇ ਵਿੱਚ, ਆਪਣੇ ਦਿਲ ਨੂੰ ਡੂੰਘਾਈ ਦੇ ਵਿੱਚ ਦੇਖਦਾ ਹੈ ਅਤੇ ਕਹਿੰਦਾ ਹੈ ਕਿ ਹਾਂ ਮੈਂ ਵਾਕਈ ਹੀ ਮੰਨਦਾ ਹਾਂ ਕਿ ਇੱਕ ਟਾਈਮ ਸੀਗਾ ਮੇਰੀ ਜ਼ਿੰਦਗੀ ਦੇ ਵਿੱਚ ਜਦੋਂ ਮੈਂ ਵਿਸ਼ਵਾਸ ਨਹੀਂ ਸੀ ਕੀਤਾ ਪਰਮੇਸ਼ਰ 'ਤੇ, ਪਰ ਹੁਣ ਮੈਂ ਉਸ ਉੱਤੇ ਵਿਸ਼ਵਾਸ ਕਰਦਾ ਹਾਂ ਜਾਂ ਕਰਦੀ ਹਾਂ। ਅਤੇ ਇਸ ਗੱਲ ਲਈ ਤੁਹਾਨੂੰ ਧੰਨਵਾਦ ਕਰਨ ਦੀ ਲੋੜ ਹੈ ਕਿ ਪਰਮੇਸ਼ਰ ਨੇ ਤੁਹਾਨੂੰ ਬਚਾ ਲਿਆ। ਯਿਸੂ ਮਸੀਹ ਕਹਿੰਦਾ ਹੈ ਕਿ ਕਈ ਲੋਕ ਬੁਲਾਏ ਹਨ ਪਰ ਥੋੜ੍ਹੇ ਹੀ ਬਚਾਏ ਜਾਂਦੇ ਹਨ। ਅਤੇ ਯਿਸੂ ਮਸੀਹ ਇਹ ਵੀ ਕਹਿੰਦਾ ਹੈ ਕਿ ਮੇਰੀ ਭੇਡ ਮੇਰੀ ਆਵਾਜ਼ ਸੁਣਦੀ ਹੈ, ਮੇਰੀਆਂ ਭੇਡਾਂ ਮੇਰੀ ਆਵਾਜ਼ ਨੂੰ ਸੁਣਦੀਆਂ ਹਨ, ਮੇਰੀਆਂ ਭੇਡਾਂ ਮੇਰੀ ਆਵਾਜ਼ ਨੂੰ ਸੁਣਦੀਆਂ ਹਨ ਅਤੇ ਮੇਰੇ ਪਿੱਛੇ ਆਉਂਦੀਆਂ ਹਨ। ਅਤੇ ਯਿਸੂ ਮਸੀਹ ਹੀ ਸਾਡਾ ਚਰਵਾਹਾ ਹੈ ਅਤੇ ਅਸੀਂ ਉਹਦੀਆਂ ਭੇਡਾਂ ਹਨ। ਅਤੇ ਜਿਹੜੇ ਬਚਾਏ ਹੋਏ ਹਨ ਉਹ ਉਸ ਦੀ ਆਵਾਜ਼ ਨੂੰ ਸੁਣਦੇ ਹਨ, ਉਸ ਦੇ ਵਚਨ ਨੂੰ ਪੜ੍ਹਦੇ ਹਨ, ਪਰਮੇਸ਼ਰ ਦੀਆਂ ਕਹੀਆਂ ਹੋਈਆਂ ਗੱਲਾਂ 'ਤੇ ਚੱਲਦੇ ਹਨ, ਸੰਗਤੀ ਕਰਦੇ ਹਨ, ਪ੍ਰਾਰਥਨਾ ਕਰਦੇ ਆ। ਇਹ ਚੀਜ਼ਾਂ ਸਾਡੀ ਜ਼ਿੰਦਗੀ ਦੇ ਵਿੱਚ ਆਉਣ ਲੱਗ ਪੈਂਦੀਆਂ ਹਨ
ਅਤੇ ਇਹੀ ਪਰਮੇਸ਼ਵਰ ਦੀ ਆਗਿਆ ਹੈ ਕਿ ਅਸੀਂ ਪਰਮੇਸ਼ਵਰ ਦੇ ਹੁਕਮਾਂ ਨੂੰ ਮੰਨੀਏ, ਬਾਈਬਲ ਨੂੰ ਪੜ੍ਹੀਏ, ਇੱਕ ਦੂਜੇ ਦੇ ਨਾਲ ਸੰਗਤੀ ਰੱਖੀਏ ਅਤੇ ਪਰਮੇਸ਼ਵਰ ਦੇ ਦਰ ਵਿੱਚ ਰਹੀਏ ਅਤੇ ਅਸੀਂ ਦੂਜੇ ਲੋਕਾਂ ਨੂੰ ਪਰਮੇਸ਼ਵਰ ਦੀ ਖੁਸ਼ਖਬਰੀ ਬਾਰੇ ਦੱਸੀਏ। ਕਿਉਂਕਿ ਜੇ ਆਪਾਂ ਇਹ ਗੱਲਾਂ ਨਹੀਂ ਕਰਦੇ ਬਚੇ ਹੋਣ ਤੋਂ ਬਾਅਦ, ਅਤੇ ਸਾਨੂੰ ਆਪਣੇ ਮਨ ਨੂੰ ਪਰਖਣ ਦੀ ਲੋੜ ਹੈ ਕਿ ਵਾਕਈ ਹੀ ਅਸੀਂ ਮਸੀਹ ਦੇ ਵਿੱਚ ਹਾਂ। ਜੇ ਅਸੀਂ ਮਸੀਹ ਦੇ ਵਿੱਚ ਹਾਂ ਤਾਂ ਸਾਨੂੰ ਖੁਸ਼ ਹੋਣ ਦੀ ਵੀ ਲੋੜ ਹੈ। ਕਿਉਂਕਿ ਹੁਣ ਸਾਡੇ ਉੱਤੇ ਸਜ਼ਾ ਦਾ ਹੁਕਮ ਨਹੀਂ ਹੈ। ਰੋਮੀਆਂ ਦਾ ਖੱਤ ਉਹਦਾ 8ਵਾਂ ਅਧਿਆਇ ਅਤੇ ਉਹਦੀ ਪਹਿਲੀ ਆਇਤ ਵਿੱਚ ਪੌਲੁਸ ਕਹਿੰਦਾ ਹੈ ਕਿ ਹੁਣ ਜਿਹੜਾ ਕੋਈ ਮਸੀਹ ਦੇ ਵਿੱਚ ਹੈ ਉਸ ਉੱਤੇ ਸਜ਼ਾ ਦਾ ਦੋਸ਼ ਨਹੀਂ ਹੈ। ਕਿੰਨੀ ਚੰਗੀ ਗੱਲ ਹੈ ਨਾ, ਕਿ ਹੁਣ ਸਾਡੇ ਉੱਤੇ ਸਜ਼ਾ ਦਾ ਦੋਸ਼ ਨਹੀਂ ਹੈ। ਜਿਹੜੇ ਮਸੀਹ ਦੇ ਵਿੱਚ ਨਹੀਂ ਹਨ ਉਹਨਾਂ ਉੱਤੇ ਸਜ਼ਾ ਦਾ ਦੋਸ਼ ਹੈ। ਕਿਉਂਕਿ ਉਹਨਾਂ ਨੇ ਪਰਮੇਸ਼ਵਰ ਦੇ ਸੱਦੇ ਨੂੰ ਇਨਕਾਰ ਕਰ ਦਿੱਤਾ। ਪਰ ਜਿਹੜੇ ਬਚਾਏ ਜਾਂਦੇ ਹਨ ਉਹ ਇਕਰਾਰ ਕਰਦੇ ਹਨ ਅਤੇ ਉਹ ਆਉਂਦੇ ਹਨ, ਤੌਬਾ ਕਰਦੇ ਹਨ ਅਤੇ ਖੁਦਾਵੰਦ ਯਿਸੂ ਮਸੀਹ ਦੇ ਉੱਤੇ ਵਿਸ਼ਵਾਸ ਕਰਦੇ ਹਨ। ਜਿਹੜਾ ਵਿਸ਼ਵਾਸ ਪਰਮੇਸ਼ਵਰ ਦਾ ਇੱਕ ਤੋਹਫਾ ਹੈ ਸਾਡੇ ਲਈ। ਇਹ ਤੋਹਫਾ ਕੋਈ ਵੀ ਪੈਸਾ, ਕੋਈ ਵੀ ਸਾਡੇ ਚੰਗੇ ਕੰਮ ਨਹੀਂ ਖਰੀਦ ਸਕਦੇ। ਤੋਹਫਾ ਖਰੀਦਿਆ ਨਹੀਂ ਜਾਂਦਾ, ਇਹ ਦਿੱਤਾ ਜਾਂਦਾ ਹੈ ਜੋ ਕਿ ਪਰਮੇਸ਼ਵਰ ਨੇ ਸਾਨੂੰ ਦੇ ਦਿੱਤਾ ਹੈ। ਖੁਦਾਵੰਦ ਤੁਹਾਨੂੰ ਇਸ ਵਚਨ ਦੇ ਰਾਹੀਂ ਬਰਕਤ ਦੇਵੇ।